ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਆਸਾ ਮਹੱਲਾ ਪਹਿਲਾ। ਵਾਰ ਸਲੋਕਾਂ ਨਾਲ श्लोक भी मैले पहले के लिखे टूंडे असराजे की धुनी। श्लोक महला पहला। बलहारी गुर अपने दिहाड़ी सदवार जिन मानस ते देवते किए करत न लागी वार। मल्ला दूजा। जे सौ चंदा उगवे सूरज चढ़े हजार एते चानण होंदियां गुर बिन घोर अंधार। मल्ला पहला। नानक गुरु न चेतन मन अपने सुचेत छुटे तिल बुआड़ ज्यों सुने अंदर खेत। खेते अंदर छुटिया कौ नानक सोनाए फली गए फुली गए बपुड़े भी तन विच सुआओ पौड़ी। आपी ने आप साजियो आपी ने रचियो नाम दुई कुदरत साजिए कर आसन डिठो चाओ। दाता करता आप तू तुस देवै करे पसाओ। तू जानो ही सब से दे लैसै जिंद को आओ। कर आसन डिठो चाओ कर आसन डिठो चाओ। जगत गुरु बाबा गुरु नानक देव जी महाराज ਦੀ ਅਦੁੱਤੀ ਰਚਨਾਵਾਂ ਦੇ ਚੋਂ ਇੱਕ ਮਹਾਨ ਅਮਰ ਕਲਾਮ ਆਪ ਜੀ ਦੀ ਪਾਵਨ ਬਾਣੀ ਜਿਸ ਦਾ ਨਾਮ ਆਸਾ ਦੀਵਾਰ ਹੈ। ਸਿਆਣਿਆਂ ਦਾ ਐਸਾ ਕਹਿਣਾ ਹੈ ਕਿ ਆਸਾ ਰਾਗ ਦੇ ਜਨਮਦਾਤਾ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਕਿਉਂਕਿ ਸੰਗੀਤ ਦੇ ਗ੍ਰੰਥਾਂ ਵਿੱਚ ਆਸਾ ਤੇ ਮਾਝ ਰਾਗ ਮਿਲਦਾ ਨਹੀਂ। ਲਿਹਾਜ਼ਾ ਸਿਆਣਿਆਂ ਦਾ ਐਸਾ ਕਹਿਣਾ ਇਹ ਦੋ ਰਾਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦੇਣ ਨੇ। ਇਸ ਰਾਗ ਦੇ ਸਤਿਗੁਰੂ ਦੇਵ ਜੀ ਮਹਾਰਾਜ ਨੇ ਜਿਹੜੀ ਆਪਣੀ ਅਗੰਮੀ ਰਚਨਾ ਉਚਾਰਨ ਕੀਤੀ ਹੈ ਉਸ ਦਾ ਨਾਂ ਹੈ ਆਸਾ ਦੀ ਵਾਰ। ਵਾਰ ਉਹ ਕਲਾਮ ਉਹ ਬਾਣੀ ਜੋ ਜੰਗੀ ਤਰਜ਼ ਨਾਲ ਉਚਾਰਨ ਕੀਤੀ ਜਾਂਦੀ ਹੈ ਔਰ ਇਹ ਕੁਝ ਸੁਭਾਵਕ ਹੀ ਐਸਾ ਹੋ ਗਿਆ ਹੈ ਕਿ ਵਾਰ ਸ਼ਬਦ ਦੇ ਅਰਥ ਇੱਥੇ ਵੀ ਜੰਗੀ ਨੇ। ਜੰਗੀ ਤਰਸ ਦੇ ਨਾਲ ਉਚਾਰਨ ਕੀਤੀ ਹੋਈ ਬਾਣੀ। ਹਿੰਦੁਸਤਾਨ ਜਿੱਥੇ ਸੰਤਾਂ ਮਹਾਂਪੁਰਸ਼ਾਂ ਦਾ ਦੇਸ਼ ਹੈ ਉੱਥੇ ਸੂਰਬੀਰ ਮਹਾਬਲੀ ਤੇ ਯੋਧਿਆਂ ਦਾ ਦੇਸ਼ ਵੀ ਇਹ ਰਿਹਾ ਹੈ। ਇਸ ਦੇ ਵਿੱਚ ਗਾਹੇ ਬਗਾਹੇ ਜੋ ਯੋਧੇ ਪੈਦਾ ਹੁੰਦੇ ਰਹੇ, ਸੂਰਮੇ ਪੈਦਾ ਹੁੰਦੇ ਰਹੇ, ਢਾਡੀ ਲੋਕ ਜੋ ਵਾਸਤਵਿਕ ਕਿਸੇ ਹੱਦ ਤੱਕ ਛੰਦਾਬੰਦੀ ਸਵੈਮ ਕਰਕੇ ਤੇ ਸੂਰਮੇ ਦੀ ਕਿਸੇ ਮਹਾਂਪੁਰਸ਼ ਦੀ ਉਪਮਾ ਕਰਨੀ, ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਕਿਹਾ ਜਾਂਦਾ ਸੀ ਢਾਡੀ। ਇਹ ਧੁਨ ਵੀ ਖੁਦ ਬਣਾਉਂਦੇ ਸਨ, ਇਹ ਤਰਜ਼ ਖੁਦ ਆਪਣੇ ਅੰਦਰੋਂ ਪੈਦਾ ਕਰਦੇ ਸਨ। ਲਿਹਾਜ਼ਾ ਆਸਾ ਦੀਵਾਰ ਦੇ ਉੱਤੇ ਜਿਹੜੀ ਧੁਨ ਚੜੀ ਹੋਈ ਹੈ ਉਸ ਧੁਨ ਦਾ ਨਾਮ ਹੈ ਟੁੰਡੇ ਅਸਰਾਜੇ ਕੀ ਧੁਨੀ। ਇੱਕ ਅਸਰਾਜ ਨਾਮ ਦਾ ਰਾਜਾ ਹੋਇਆ ਜੋ ਵਾਸਤਵਿਕ ਟੁੰਡਾ ਸੀ, ਇੱਕ ਹੱਥ ਸੀ ਉਸਦਾ, ਲੇਕਿਨ ਇੱਕ ਹੱਥ ਦੇ ਹੁੰਦਿਆਂ ਹੋਇਆਂ ਵੀ ਉਹਦੀ ਸੂਰਬੀਰਤਾ ਦਾ ਸਿੱਕਾ ਚਾਰੋਂ ਪਾਸੇ ਜਮਿਆ ਹੋਇਆ ਸੀ। ਉਹਦੀ ਸਿਆਣਪ ਬੜੀ ਦੂਰ ਦਰਾਜ਼ ਤੱਕ ਫੈਲੀ ਹੋਈ ਸੀ ਔਰ ਉਸਨੇ ਆਪਣੀ ਸਿਆਣਪ ਤੇ ਆਪਣੇ ਬਾਹੂ ਬਲ ਦੇ ਨਾਲ ਬਹੁਤ ਕੁਝ ਪ੍ਰਾਪਤ ਕੀਤਾ ਹੋਇਆ ਸੀ
ਔਰ ਚਾਰੋਂ ਪਾਸੇ ਉਸ ਦਾ ਦਬਦਬਾ ਸੀ। ਸਿਆਣੇ ਢਾਡੀ ਲੋਕਾਂ ਨੇ ਆਪ ਦੀ ਉਪਮਾ ਦੇ ਵਿੱਚ, ਅਸਰਾਜ ਦੀ ਉਪਮਾ ਦੇ ਵਿੱਚ ਜੋ ਗੀਤ ਗਾਏ ਤੇ ਜਿਸ ਤਰਜ਼ ਦੇ ਚ ਗਾਏ, ਜਿਸ ਧੁਨ ਦੇ ਚ ਗਾਏ, ਉਸ ਧੁਨ ਦਾ ਨਾਮ ਪੈ ਗਿਆ ਟੁੰਡੇ ਅਸਰਾਜੇ ਕੀ ਧੁਨੀ। ਉਂਝ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵਾਰਾਂ ਦੇ ਉੱਪਰ ਇਸ ਤਰੀਕੇ ਦੀਆਂ 9 ਧੁਨਾਂ ਚੜੀਆਂ ਹੋਈਆਂ ਨੇ, ਜਿਹਦੇ ਵਿੱਚ ਇੱਕ ਇਹ ਧੁਨ ਹੈ, ਫਿਰ ਚੰਦਰਹਾੜਾ ਸੋਈਆਂ ਕੀ ਧੁਨੀ ਗਾਵਣੀ, ਲੱਲਾ ਬਹਿਲੀਮਾ ਕੀ ਧੁਨੀ ਗਾਵਣੀ। ਇਹ ਇਤਿਆਦਕ ਇਹ ਧੁਨਾਂ ਨੇ। ਇੱਕ ਤਰਜ਼, ਐਸੀ ਤਰਜ਼ ਜੋ ਕਿਸੇ ਸੰਗੀਤਕਾਰ ਦੇ ਨਾਲ ਹੀ ਜੁੜ ਕੇ ਰਹਿ ਗਈ ਔਰ ਉਸ ਦੇ ਨਾਲ ਜੁੜ ਕੇ ਰਹਿ ਗਈ, ਜਿਸ ਦੀ ਉਪਮਾ ਦੇ ਵਿੱਚ ਉਹ ਗੀਤ ਤੇ ਤਰਜ਼ ਉਚਾਰਨ ਕੀਤੀ ਗਈ। ਇਹ ਧੁਨਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇਤਨੀਆਂ ਪਿਆਰੀਆਂ ਲੱਗੀਆਂ, ਇਤਨੀਆਂ ਚੰਗੀਆਂ ਲੱਗੀਆਂ ਕਿ ਆਪ ਨੇ ਉਹਨਾਂ ਧੁਨਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਥਾਂ ਦੇ ਦਿੱਤੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੱਥੇ ਕਵਿਤਾ ਸਾਹਿਤ ਦੇ ਅਦੁੱਤੀ ਖਜ਼ਾਨੇ ਨੇ, ਗਿਆਨ ਦੇ ਮਹਾਸਾਗਰ ਨੇ, ਉੱਥੇ ਸੰਗੀਤ ਦੇ ਵੀ ਮਹਾਨ ਅਥਾਹ ਨਾ ਮੁਕਣ ਵਾਲੇ ਸਾਗਰ ਨੇ। ਕਿਸੇ ਵੀ ਪੱਖ ਤੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਲਈਏ, ਜ਼ਿੰਦਗੀ ਦੇ ਹਰ ਮਸਲੇ ਦਾ ਹੱਲ ਤੇ ਜ਼ਿੰਦਗੀ ਦੇ ਹਰ ਮਸਲੇ ਦੀ ਪੂਰਨਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ ਪ੍ਰਾਪਤ ਹੁੰਦੀ ਹੈ। ਚਾਹੇ ਗਿਆਨ ਦੇ ਪੱਖ ਨੂੰ ਲਈਏ, ਵਿਗਿਆਨ ਦੇ ਪੱਖ ਨੂੰ ਲਈਏ, ਸਮਾਜ ਦੇ ਪੱਖ ਨੂੰ ਲਈਏ, ਰਾਜਨੀਤੀ ਦੇ ਪੱਖ ਨੂੰ ਲਈਏ, ਸੰਗੀਤ ਸਾਹਿਤ ਤੇ ਕਲਾ ਦੇ ਪੱਖ ਤੋਂ ਲਈਏ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਰ ਪੱਖ ਦੇ ਵਿੱਚ ਸੰਪੂਰਨ ਨੇ, ਮੁਕੰਮਲ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਅਗੰਮੀ ਬਾਣੀਆਂ ਜਪਜੀ ਸਾਹਿਬ, ਸਿੱਧ ਗੋਸ਼ਟ, ਤੁਖਾਰੀ 12 ਮਾਹ, ਇਸ ਤਰ੍ਹਾਂ ਦੀਆਂ ਮਹਾਨ ਬਾਣੀਆਂ ਦੇ ਚੋਂ ਹੀ ਆਪ ਦੀ ਇੱਕ ਮਹਾਨ ਬਾਣੀ ਹੈ ਆਸਾ ਦੀਵਾਰ। ਇਸ ਦੇ ਵਿੱਚ ਦਰਸ਼ਨ, ਫਿਲਸਫਾ, ਅਧਿਆਤਮਿਕਤਾ ਔਰ ਭਾਵ, ਇਹਨਾਂ ਸਾਰੇ ਧਾਰਮਿਕ ਚਿੰਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਸੋਹਣੇ ਢੰਗ ਨਾਲ ਉਜਾਗਰ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਣੀ ਹੋਈ ਮਰਿਆਦਾ ਦੇ ਮੁਤਾਬਕ ਇਸ ਬਾਣੀ ਦੇ ਉੱਪਰ ਵੀ ਪਹਿਲੇ ਮੰਗਲਾਚਰਨ ਹੈ, ਮੂਲ ਮੰਤਰ ਹੈ, ਲਿਹਾਜ਼ਾ ਉਸ ਦੇ ਅਖਰੀ ਅਰਥ ਇੱਕ ਓੰਕਾਰ, ਉਹ ਇੱਕ ਹੈ ਜਿਸ ਤੋਂ ਉਤਪਤੀ, ਪਾਲਣਾ ਤੇ ਨਾਸ ਹੋ ਰਿਹਾ ਹੈ। ਉਹ ਸਤ ਸਰੂਪ ਹੈ, ਉਹਦਾ ਨਾਮ ਸਤ ਹੈ। ਉਹ ਕ੍ਰਿਤ ਨਹੀਂ, ਕਰਤਾ ਹੈ, ਔਰ ਐਸਾ ਕਰਤਾ ਹੈ ਕਿ ਆਪਣੀ ਕ੍ਰਿਤ ਦੇ ਵਿੱਚ ਪੂਰੇ ਹੋਇਆ ਹੈ, ਵਿਆਪਕ ਹੈ। ਉਹ ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਕਾਲ ਤੋਂ ਰਹਿਤ ਹੈ, ਲੇਕਿਨ ਕਲਪਨਾ ਮਾਤਰ ਨਹੀਂ ਹੈ, ਮੂਰਤੀਮਾਨ ਹੈ। ਉਹ ਜਨਮ ਦੇ ਚ ਨਹੀਂ ਹੈ ਔਰ ਸੁਤੇ ਸਿਤ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ। ਉਹ ਗੁਰੂ ਹੈ ਤੇ ਪ੍ਰਸਾਦ, ਉਹ ਦਇਆ ਦੀ ਮੂਰਤੀ ਹੈ, ਉਹ ਰਹਿਮਤ ਦਾ ਖਜ਼ਾਨਾ ਹੈ। ਆਸਾ ਮਹੱਲਾ ਪਹਿਲਾ, ਵਾਰ ਸਲੋਕਾ ਨਾਲ, ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ। ਇਹ ਵਾਰ ਮਹੱਲੇ ਪਹਿਲੇ ਦੀ ਹੈ। ਇਹ ਸਾਰੀ ਦੀ ਸਾਰੀ ਵਾਰ ਜਿਸ ਦੇ ਵਿੱਚ ਜਿਤਨੀਆਂ ਪੌੜੀਆਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ, ਲੇਕਿਨ ਇਹ ਸ਼ਬਦ ਜਿਹੜੇ ਨਾਲ ਜੁੜੇ ਨੇ, ਸ਼ਲੋਕ ਵੀ ਮਹੱਲੇ ਪਹਿਲੇ ਕੇ, ਸਿਰਫ ਪੌੜੀ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਨਹੀਂ, ਸ਼ਲੋਕ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਨੇ। ਵਾਰ ਸ਼ੁੱਧ ਰੂਪ ਦੇ ਵਿੱਚ ਸਿਰਫ ਪੌੜੀਆਂ ਹੀ ਨੇ, ਸ਼ਲੋਕ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਅਦ ਵਿੱਚ ਜੋੜੇ ਨੇ। ਜਿਹੜੇ ਜਿਹੜੇ ਸ਼ਲੋਕ ਵਾਰਾਂ ਦੇ ਵਿੱਚ ਪੌੜੀਆਂ ਨਾਲ ਸ਼ਮੂਲੀਅਤ ਨਹੀਂ ਹਾਸਲ ਕਰ ਸਕੇ, ਐਸੇ ਸ਼ਲੋਕਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੀਰ ਦੇ ਵਿੱਚ ਦਰਜ ਕਰਕੇ ਤੇ ਉਹਨਾਂ ਦਾ ਸਿਰਲੇਖ ਲਿਖਿਆ, ਸ਼ਲੋਕ ਵਾਰਾਂ ਤੋਂ ਵਧੇਕ। ਉਹ ਸ਼ਲੋਕ ਜੋ ਵਾਰਾਂ ਦੇ ਵਿੱਚ ਨਹੀਂ ਸਮਾ ਸਕੇ, ਵਾਰਾਂ ਦੇ ਨਾਲ ਨਹੀਂ ਜੋੜੇ ਜਾ ਸਕੇ। ਤੋ ਆਸਾ ਰਾਗ ਦੇ ਅੰਦਰ ਇਹ ਵਾਰ ਉਚਾਰਨ ਕੀਤੀ ਹੋਈ ਹੈ ਤੇ ਦਿੱਤੇ ਹੋਏ ਇਸ ਸਿਰਲੇਖ ਦੇ ਮੁਤਾਬਕ ਸ਼ਲੋਕ ਵੀ ਪਹਿਲੇ ਪਾਤਸ਼ਾਹ ਜੀ ਦੇ ਨੇ। ਸ਼ਲੋਕ ਮਹੱਲਾ ਪਹਿਲਾ, ਪ੍ਰਥਮ ਸ਼ਲੋਕ। ਬਲਹਾਰੀ ਗੁਰ ਆਪਣੇ, ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਪ੍ਰਥਮ ਸ਼ਲੋਕ ਦੇ ਵਿੱਚ ਗੁਰੂ ਦੀ ਉਪਮਾ, ਗੁਰੂ ਦੀ ਮਹਿਮਾ। ਦਰਅਸਲ ਮਾਂ ਬਾਪ ਪੁੱਤ ਨੂੰ ਜਨਮ ਦਿੰਦੇ ਨੇ
ਗੁਰੂ ਦੇਵਤੇ ਨੂੰ ਜਨਮ ਦਿੰਦਾ ਹੈ। ਮਾਂ-ਬਾਪ ਸੁੱਤ ਨੂੰ ਜਨਮ ਦਿੰਦੇ ਨੇ, ਗੁਰੂ ਸੰਤ ਨੂੰ ਜਨਮ ਦਿੰਦਾ ਹੈ। ਮਾਂ-ਬਾਪ ਭੌਤਿਕ ਸਰੀਰ ਨੂੰ ਜਨਮ ਦਿੰਦੇ ਨੇ, ਗੁਰੂ ਅਧਿਆਤਮਵਾਦ ਨੂੰ ਜਨਮ ਦਿੰਦਾ ਹੈ, ਰੂਹਾਨੀ ਸਰੀਰ ਨੂੰ ਜਨਮ ਦਿੰਦਾ ਹੈ। ਲਿਹਾਜ਼ਾ ਗੁਰੂ ਦੀ ਮਹਿਮਾ ਸਤਿਗੁਰੂ ਦੇਵ ਜੀ ਮਹਾਰਾਜ ਇੰਜ ਬਿਆਨ ਕਰਦੇ ਨੇ, ਬਲਹਾਰੀ ਗੁਰ ਆਪਣੇ, ਮੈਂ ਆਪਣੇ ਗੁਰੂ ਤੋਂ ਬਲਹਾਰਨੇ ਜਾਣਾ, ਸਦਕੇ ਜਾਣਾ, ਦਿਵਹਾੜੀ ਸਦਵਾਰ, ਇੱਕ ਦਿਨ ਦੇ ਵਿੱਚ ਮੈਂ ਸੈਂਕੜੇ ਦਫਾ ਕੁਰਬਾਨ ਜਾਣਾ, ਸਦਕੇ ਜਾਣਾ, ਬਲਹਾਰ ਜਾਣਾ। ਕਿਉਂ? ਇਤਨੀ ਗੱਲ ਸਪਸ਼ਟ ਹੈ ਕਿ ਜਿਸ ਤੋਂ ਕੁਝ ਪ੍ਰਾਪਤ ਹੋਵੇ ਉਹੀ ਪਿਆਰਾ ਲੱਗਦਾ ਹੈ ਤੇ ਉਸ ਤੋਂ ਕੁਰਬਾਨ ਹੋਣ ਨੂੰ ਜੀ ਕਰਦਾ ਹੈ, ਤੇ ਜਿਹੜਾ ਕੁਝ ਖੋ ਲਵੇ, ਜਿਹੜਾ ਕੁਝ ਛੀਨਾ ਝਪਟੀ ਕਰੇ, ਉਸ ਤੋਂ ਸਦਕੇ ਹੋਣ ਨੂੰ ਜੀ ਨਹੀਂ ਕਰਦਾ, ਬਲਕਿ ਉਹਨੂੰ ਸਵੈਮ ਹੀ ਖਤਮ ਕਰਨ ਨੂੰ ਜੀ ਕਰਦਾ ਹੈ। ਜਗਤ ਦੇ ਵਿੱਚ ਸਾਡਾ ਵੈਰ ਉਸ ਦੇ ਨਾਲ ਆਉਂਦਾ ਹੈ ਜਿਹੜਾ ਸਾਡੇ ਕੋਲ ਕੁਝ ਖੋਵੇ, ਜਗਤ ਦੇ ਸਾਡਾ ਪਿਆਰ ਉਸ ਦੇ ਨਾਲ ਆਉਂਦਾ ਹੈ ਜਿਹੜਾ ਕੁਝ ਦੇਵੇ। ਹਕੀਕਤ ਹੈ ਗੁਰੂ ਪਰਮਾਤਮਾ ਛੀਨਾ ਝਪਟੀ ਨਹੀਂ ਜਾਣਦੇ, ਦੇਣਾ ਹੀ ਜਾਣਦੇ ਨੇ। ਵੱਡਾ ਦਾਤਾ ਦਿਲ ਨਾ ਤਮਾਏ, ਉਹ ਇਤਨਾ ਵੱਡਾ ਦਾਤਾ ਹੈ, ਪਹਾੜਾਂ ਜਿੱਤੀ ਦੌਲਤ ਸੁਖ ਸ਼ਾਂਤੀ ਦੇ ਕੇ ਵੀ, ਰਾਈ ਜਿਤਨਾ ਵੀ, ਤਿਨਕੇ ਜਿਤਨਾ ਵੀ ਤਮਾ ਨਹੀਂ ਰੱਖਦਾ, ਭਾਵ ਮੰਗ ਨਹੀਂ ਰੱਖਦਾ। ਤੋ ਸਾਹਿਬ ਕਹਿੰਦੇ ਨੇ, ਮੈਂ ਸਦਕੇ ਜਾਣਾ ਇੱਕ ਦਿਨ ਦੇ ਵਿੱਚ ਸੈਂਕੜੇ ਵਾਰੀ ਉਸ ਗੁਰੂ ਤੋਂ, ਜਿਸ ਨੇ ਜਿਨ ਮਾਨੁਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ, ਜਿਸ ਨੇ ਮਨੁੱਖ ਨੂੰ ਦੇਵਤਾ ਬਣਾ ਦਿੱਤਾ, ਲੇਕਿਨ ਮਨੁੱਖ ਨੂੰ ਦੇਵਤਾ ਬਣਾਉਣ ਲੱਗਿਆਂ ਰੰਚਕ ਮਾਤਰ ਵੀ ਦੇਰੀ ਨਹੀਂ ਲਾਈ। ਇੱਕ ਪੱਥਰ ਨੂੰ ਵੀ ਮੂਰਤੀ ਦੀ ਸ਼ਕਲ ਦੇਣੀ ਹੋਵੇ ਤੇ ਕੁਝ ਮਹੀਨੇ ਲੱਗਦੇ ਨੇ, ਕਈ ਦਫਾ ਕੁਝ ਸਾਲ ਲੱਗਦੇ ਨੇ। ਦਰਅਸਲ ਗੁਰੂ ਮਨੁੱਖ ਨੂੰ ਘੜਦਾ ਹੈ ਤੇ ਗੁਰੂ ਦੇ ਘੜਨ ਦਾ ਢੰਗ ਬੜਾ ਅਦੁੱਤੀ ਹੈ। ਆਪਣੇ ਮਨੋਹਰ ਬੋਲ ਤੇ ਅੰਮ੍ਰਿਤਮਈ ਦ੍ਰਿਸ਼ਟ, ਇਹਦੇ ਨਾਲ ਜਦ ਉਹ ਕਿਸੇ ਵਿਅਕਤੀ ਨੂੰ ਘੜਨਾ ਚਾਹੁੰਦਾ ਹੈ ਤਾਂ ਸਾਹਿਬ ਇੱਥੇ ਕਹਿੰਦੇ ਨੇ ਫਿਰ ਦੇਰ ਨਹੀਂ ਲੱਗਦੀ। ਮਨੁੱਖ ਨੂੰ ਦੇਵਤਾ ਬਣਦੇ ਦੇਰ ਨਹੀਂ ਲੱਗਦੀ। ਇਸ ਨੂੰ ਸਾਹਿਬ ਇੰਜ ਵੀ ਕਹਿੰਦੇ, ਨਾਨਕ ਨਦਰੀ ਨਦਰ ਦੇ ਨਿਹਾਲ। ਆਮ ਜਗਤ ਤੇ ਇਤਨਾ ਹੀ ਜਾਣਦਾ ਹੈ ਕਿ ਜ਼ਬਾਨ ਨਾਲ ਕੁਝ ਬੋਲੇ ਜਾਂਦੇ ਨੇ, ਪਰ ਨਹੀਂ, ਅਧਿਆਤਮਿਕ ਦੁਨੀਆ 'ਚ ਐਸਾ ਵੀ ਆਖਿਆ ਜਾਂਦਾ ਹੈ ਕਿ ਅੱਖਾਂ ਵੀ ਬੋਲਦੀਆਂ ਨੇ, ਔਰ ਅੱਖਾਂ ਦੀ ਭਾਸ਼ਾ ਕੁਝ ਹੋਰ ਹੈ। ਅੱਖਾਂ ਨਫ਼ਰਤ ਵੀ ਪ੍ਰਗਟ ਕਰਦੀਆਂ ਨੇ, ਅੱਖਾਂ ਪਿਆਰ ਵੀ ਪ੍ਰਗਟ ਕਰਦੀਆਂ ਨੇ, ਅੱਖਾਂ ਪ੍ਰੇਮ ਵੀ ਪ੍ਰਗਟ ਕਰਦੀਆਂ ਨੇ, ਅੱਖਾਂ ਆਪਣੇ ਵਿੱਚੋਂ ਅੰਮ੍ਰਿਤ ਦੀਆਂ ਲਹਿਰਾਂ ਵੀ ਛੱਡਦੀਆਂ ਨੇ, ਅੱਖਾਂ ਦੇ ਵਿੱਚੋਂ ਜ਼ਹਿਰ ਵੀ ਉਬਲ ਕੇ ਪੈਂਦੀ ਹੈ। ਔਰ ਜੈਸੇ ਜੈਸੇ ਮਨੁੱਖ ਦਾ ਮਾਨਸਿਕ ਮੰਡਲ ਅਤੀ ਸੂਖਸ਼ਮ ਆਉਂਦਾ ਹੈ, ਮਨੁੱਖ ਨੂੰ ਅੱਖਾਂ ਦੀ ਭਾਸ਼ਾ ਪੜ੍ਹਨ ਦੀ ਜਾਚ ਆ ਜਾਂਦੀ ਹੈ, ਔਰ ਇਹ ਆਪਣੇ ਆਪ ਦੇ ਵਿੱਚ ਇੱਕ ਵਿਸ਼ੇਸ਼ ਕਲਾ ਹੈ। ਗੁਰੂ ਜਦ ਕਿਸੇ ਨੂੰ ਘੜਦਾ ਹੈ ਤਾਂ ਬਚਨ ਰਾਹੀਂ ਘੜਦਾ ਹੈ, ਦ੍ਰਿਸ਼ਟ ਰਾਹੀਂ ਘੜਦਾ ਹੈ। ਬਚਨ ਰਾਹੀਂ ਵਿਚਾਰ ਸ਼ੁੱਧ ਕਰ ਦਿੱਤੇ ਹੈ, ਔਰ ਦ੍ਰਿਸ਼ਟ ਰਾਹੀਂ ਆਚਾਰ ਸ਼ੁੱਧ ਕਰ ਦਿੱਤਾ ਹੈ। ਬਚਨ ਰਾਹੀਂ ਮਨ ਬਦਲ ਦਿੱਤਾ, ਔਰ ਦ੍ਰਿਸ਼ਟ ਦੇ ਰਾਹੀਂ ਦੇਵਤਾ ਬਣਾ ਦਿੱਤਾ, ਚਾਨਣਾ ਦੇ ਦਿੱਤਾ, ਪ੍ਰਕਾਸ਼ ਦੇ ਦਿੱਤਾ, ਨੂਰ ਦੇ ਦਿੱਤਾ। ਤੋ ਸਾਹਿਬ ਇੱਥੇ ਕਹਿੰਦੇ ਨੇ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਰੰਚਕ ਮਾਤਰ ਵੀ ਦੇਰ ਨਹੀਂ ਲੱਗੀ ਉਸ ਗੁਰੂ ਨੂੰ ਮਨੁੱਖਾਂ ਤੋਂ ਦੇਵਤੇ ਬਣਾਉਂਦੇ ਹੋਇਆ। ਮਹੱਲਾ ਦੂਜਾ। ਅਗਲਾ ਸ਼ਲੋਕ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ, ਜਿਸ ਦੇ ਵਿੱਚ ਆਪ ਫਰਮਾਨ ਕਰਦੇ ਨੇ, ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰੂ ਬਿਨ ਘੋਰ ਅੰਧਾਰ। ਪ੍ਰਿਥਵੀ ਦੇ ਉੱਤੇ ਦੋ ਹੀ ਮਹਾਨ ਦੀਪਕ ਨੇ ਜੋ ਚਾਨਣਾ ਵੰਡਦੇ ਨੇ, ਸੂਰਜ ਤੇ ਚੰਦਰਮਾ। ਭੌਤਿਕ ਪਦਾਰਥ ਸਾਨੂੰ ਸੂਰਜ ਦੀ ਰੋਸ਼ਨੀ ਨਾਲ ਦਿਖਾਈ ਦਿੰਦੇ ਨੇ, ਸੰਸਾਰ ਸਾਨੂੰ ਸੂਰਜ ਦੀ ਰੋਸ਼ਨੀ ਨਾਲ ਦਿਖਾਈ ਦਿੰਦਾ ਹੈ, ਪਰ ਨਿਰੰਕਾਰ ਤੇ ਗੁਰੂ ਦੀ ਰੋਸ਼ਨੀ ਨਾਲ ਹੀ ਦਿਖਾਈ ਦੇਗਾ, ਗੁਰੂ ਦੇ ਚਾਨਣੇ ਨਾਲ ਹੀ ਦਿਖਾਈ ਦੇਗਾ। ਇੰਜ ਕਹਿ ਲਈਏ, ਗੁਰੂ ਇੱਕ ਜੋਤੀ ਹੈ, ਗੁਰੂ ਇੱਕ ਜੋਤ ਹੈ,
गुरु एक फिलसफा है, गुरु एक नूर है, गुरु एक तन नहीं, गुरु एक महान रोशनी है, महान विचार है, महान नूर है। सूरज का चानना बाहर पदार्थ का ज्ञान दे दिंदा है, ਉਹਦੀ असलीयत साडे सामने रख दिंदा है। अंधकार दे विच कुछ भी नहीं पता चलता किहड़ी चीज कित्थे पई है और किहड़ी चीज की है। इस सब कुछ का बोध सूरज की रोशनी दे विच पता चलता है। पर मैं कौन हाँ, मैं की हाँ, ये ते गुरु ज्योति गुरु दे चानने तो ही पता चलता है, गुरु की रोशनी तो ही पता चलता है। पृथ्वी ते सूरज का चानना हर वक्त नहीं आता, पृथ्वी ते रात आ जाती है। पर इतनी गल स्पष्ट है, सूरज दे हर वक्त चानना है, पर जब पृथ्वी सूरज तो कंड कर लेंदी है तो पृथ्वी के उस हिस्से दे अंधकार छा जाता है। गुरु ते एक जोत है, नूर है, और उस दे हर वक्त ये नूर है, वो नूर हर वक्त वंड रहा है। पर जद मनुख बेमुख हो जाता है, जद मनुख पिठ कर लेंदा है, तो उस नूर तो वांझा रह जाता है, उस चानने तो वांझा रह जाता है। अखां बंद कर दईए, सूरज की रोशनी नालों संबंध टुट जाता है, ते मन मुख बन जाइए, मन के अधीन होके चलीए, तो फिर गुरु की रोशनी नालों, गुरु के चानने नालों भी संबंध टुट जाता है। ये दो तरह की रोशनी है। एक रोशनी वो जो साडी अखां नूं मिलती है ते पदार्थ का उस तो बोध मिलता है। एक रोशनी वो जो साडे मन नूं मिलती है ते उहदे नाल परमात्मा का बोध मिलता है, ईश्वर का बोध मिलता है। इस वास्ते साहिब कहंदे ने, जे सो चंदा उगवे सूरज चढ़े हजार, चाहे एक चंद्रमा नहीं सैकड़े चंद्रमा आकाश दे उत्ते उतर आन, और सूरज एक नहीं हजारां सूरज आके अपनी रोशनी वंडन, पर इते चानण होंदियां गुरु बिन घोर अंधार। चाहे इतना ही चानना क्यों ना होवे, इतना ही प्रकाश क्यों ना होवे, गुरु ज्योति तो बिना अंधकार बनिया रहिंदा है, अपने आप का पता ही नहीं चलता। मैं की हाँ, मैं कौन हाँ। बंदे नूं इस गल का बोध ना होवे ते मनुख की दुनिया च कितना वड्डा अंधकार है। कई दफा देखीदा है, बंदे नूं पहाड़ां दा पता है, सागर दा पता है, दरियावां दा पता है, मुल्कां दा पता है, कौमां दा पता है, पशु पंखियां दा भी मनुख दे कोल बोध है, ग्रह नक्षत्रां दा भी मनुख दे कोल बोध है। पर कितनी गजब दी गल है कि मनुख दे कोल अपने आप दा कोई बोध नहीं, अपने आप दा कोई ज्ञान नहीं। ये कौन है? किसे विज्ञानक कोल पुछांगे ते उसका जिहड़ा जवाब होवेगा वो अधूरा होवेगा, इंज कह लईए वो गलत होवेगा। पर जे किसे भगत कोलों पुछिए, संत कोलों पुछिए, ओदा ते कहना यही होवेगा, कहो कबीर एह राम के अंश, जस कागद पर मिटे न मंस। मैं ते राम दी अंश हां। मैनू पता चल गया है मैं उस सूरज दी किरण हां, मैनू पता चल गया है मैं उस सागर दी लहर हां। पर यह पता चलता है गुरु चानने दे विच, इसदा बोध मिलता है गुरु ज्योति नाल। इस वास्ते साहिब कहंदे ने कि एक चंद्रमा नहीं सैकड़े चंद्रमा, एक सूरज नहीं हजारां सूरज जे आसमान दे उत्ते आके अपनी रोशनी वंडन, तां भी अपने आप दा बोध नहीं मिलता, पता ही नहीं चलता कि मैं कौन हाँ, मैं की हाँ। ये गुरु ज्योति नाल ही पता चलता है। इस वास्ते गुरु एक ऐसा महान नूर है जिस तो हजारां सूरज कुर्बान किए जा सकते। गुरु एक ऐसा महान चानना है जिहदे सामने हजारां चंद्रमा तुच्छ ने। जे सो चंदा उगवे सूरज चढ़े हजार, एते चानण होंदियां गुरु बिन घोर अंधार। मल्ला पहला, नानक गुरु न चेतने मन अपने सुचेत। मनुख दा हठ, मनुख दा अहंकार ऐसा सोचण ते उसनू मजबूर कर देंदा है कि मैं सुचेत हाँ, सावधान हाँ, मैं सब कुछ जानदा, मैनू सब कुछ पता है। ते गुरु दा चिंतन नहीं करता, गुरु नू याद नहीं करता, गुरु नाल जुड़दा नहीं। इस वास्ते नहीं जुड़दा, मन अपने सुचेत, अपने मन विच मनी बैठा है कि मैं ते सुचेत हाँ, मैं ते सावधान हाँ,
मैं तो सब कुछ जानदा, मैनू सब कुछ दा पता है। महाराज कहंदे ने इस तरह की सोच विचार वाला मनुख जिहड़ी जिंदगी बतीत करदा है वो इस तरह है कि छुट्टे तिल बुआड़ ज्यों सुन्ने अंदर खेत। किसे सुन्ने खेत दे च तिल बुआड़ तिल, वो तिल जिसदी डोडी दे अंदर राख हुंदी है, फल नहीं हुंदा। और उगया भी होवे किसे ऐसे खेत दे च जो सुन्ना है, जिसदी कोई मलकीयत नहीं, जिसदा कोई मालिक नहीं। महाराज कहते ने ये दिल सुनना है, हर वक्त सुन्नापन इसनू महसूस होगा। गुरु दे चानने तो बिना, गुरु दी रोशनी तो बिना, चाहे ये परिवार विच बैठेगा, बाजार विच बैठेगा, संसार विच बैठेगा, इनू सुन्नापन महसूस होगा। और सुन्नापन इसनू बेचैन करेगा, दुखी करेगा। अक्सर देखिया है मनुख साथ लभदा है, मित्र दा साथ, पुत्र दा साथ, बाजार दा साथ, संसार दा साथ, आखिर कुछ ना कुछ चाहिए है। लेकिन सब कुछ दे नाल बैठ के रह के भी मन दा सुन्नापन दूर नहीं होंदा। ये ते उदों ही दूर होवेगा जद ये निरंकार दे नाल बैठेगा, जद ये करतार दे नाल बैठेगा। ते करतार दे नाल बैठना की है? करतार दी याद दे च बैठना, उहदे सिमरन दे च बैठना। तो साहिब कहंदे नानक गुरु न चेते, गुरु दा ते चिंतन करदा ही नहीं, गुरु दा ते सिमरन करदा नहीं। और न करन दा कारण की मन अपने सुचेत। जैसे जैसे मनुख दी ये सोचनी वधदी है कि मैं सब कुछ जानदा, वैसे वैसे सब कुछ जानन तो ये रह जाता है। हकीकत है जैसे जैसे इसका अहंकार वधदा है कि मैनू बहुत कुछ पता है, दरअसल बहुत कुछ तो इसका संबंध टूट जाता है। जैसे जैसे इहदे संसारी अकल ते संसारी पढ़ाई इसनू मजबूर कर दी है कि मेरे को बहुता ज्ञान है, मेरे को बहुता ज्ञान है। दरअसल बहुते ज्ञान की होंद ते बहुते ज्ञान का मान बहुते अज्ञान नू इकट्ठा कर देंदा है, बहुती नासमझी नू इकट्ठा कर देंदा है। तो साहिब कहंदे ने मन दे समझी बैठा है कि मैं सब कुछ जानदा, मैनू सब कुछ पता है, ते गुरु दा चिंतन नहीं करदा। ऐसा मनुख इस ढंग नाल जिंदगी बतीत करदा है जिवें किसी सुन्ने खेत दे विच ਉਹ तिल जमे होवे जिहदे अंदर फल कोई नहीं, कालख ही कालख है, बुआड़ है। खेते अंदर छुटिया कहो नानक सो ना। इस तरह ये तिल खेत दे छुट्टड़ है, कोई मालिक नहीं है। कहो नानक सो ना, ओदा सौ नहीं है कोई, उसका कोई मालिक नहीं है। फलिए फुलिए बपुड़े भीतन विच सुआ। साहिब कहते फलदा ते वो भी है, ऐसा नहीं कि वो तिल फलदा नहीं, फलदा है। उन्होंने फुल भी लगते हैं, पत्ते भी लगते हैं, हवा नाल लहरांदा भी है, अपनी होंद नूं प्रगट भी करता है। पर साहिब कहते हैं भी तन विच सुआ। डोडी नूं तोड़ के देखिए, अंदर झाती मार के देखिए, ते अंदर राख होंदी है, सुआ होंदी है। गुरु तो बेमुख होया मनुख भी फलीभूत ते होंदा है, धन करके भी फलीभूत होंदा है। और उसका फलीभूत होना चारों पासे दिखाई भी देंदा है, बे ते बहुत फलीभूत होया। ऐसा नहीं है कि भगत फलीभूत होंदे ने, नास्तिक भी फलीभूत होंदे ने। ऐसा नहीं कि दयालु फलीभूत होंदे ने, बल्कि जालिम भी फलीभूत होंदे ने। सिर्फ ऐसा ही नहीं कि अध्यात्मक ज्ञानी ही फलीभूत होंदे ने, महा अज्ञानी भी फलीभूत होंदे ने। और ये जरूरी नहीं कि सिर्फ देवते ही फलीभूत होंदे ने, राक्षस भी फलीभूत होंदे ने, दैंत भी फलीभूत होंदे। लाजमी नहीं है कि शरीफ मनुख ही फलीभूत होंदे ने, बल्कि शैतान भी फलीभूत होंदे ने। पर शैतान दा फलीभूत होना, राक्षस दा फलीभूत होना, नास्तिक दा फलीभूत होना इंज है। साहिब कहते जैसे किसी छुट्टे तिल वह छुट्टे खेत दे च, बिना मालिक दे खेत दे च कोई बूटा उगया है तिल दा, मालिक कोई नहीं है, निखसम है। हकीकत है कि मालिक ना होवे ते चिंतावां बहुत सहेड़ लेंदियां। भाई वीर सिंह ने तदी ते कह दिता है, हे ईश्वर मैं तेरे पिंजरे विच रह के ही खुश हाँ। क्यों?
ਇੱਕ ਤੇ ਬਿੱਲੀ ਦਾ ਡਰ ਗਿਆ, ਦੂਜਾ ਰਿਜ਼ਕ ਦੀ ਚਿੰਤਾ, ਰੋਜ਼ੀ ਦੀ ਚਿੰਤਾ, ਇਹ ਵੀ ਗਈ। हे ईश्वर, हे परमात्मा, कितना ही चंगा होवे कि मैं तेरे हथ दे पिंजरे विच कैद होवां, निश्चिंत हो जावां। दरअसल परमात्मा दी कैद भी एक महान सुतंत्रता है ते संसार दी महान सुतंत्रता भी एक महान कैद है। हकीकत ये गल वखरी है कि सुतंत्रता दी प्यास मनुख दे प्राणां विच है, पर जगत दे सुतंत्र रहिंदा होया भी मनुख कैद है। ਅਸੀਂ ਰੋਜ਼ ਮਨੁੱਖ ਤੋਂ ਸੁਣਦੇ ਹਾਂ, ਕੀ ਕਰਾਂ ਮੈਂ ਮਜਬੂਰ ਹਾਂ, ਕੀ ਕਰਾਂ ਮੈਂ ਮਜਬੂਰ ਹਾਂ। ਤੇ ਮਜਬੂਰ ਹਾਂ ਐਸਾ ਕਹਿਣਾ ਇਸ ਗੱਲ ਦਾ ਸਬੂਤ ਹੈ ਕਿ ਤੂੰ ਕੈਦ ਵਿੱਚ ਹੈ, ਤੂੰ ਗ੍ਰਿਫਤ ਵਿੱਚ ਹੈ, ਤੂੰ ਪਕੜ ਵਿੱਚ ਹੈ, ਤੂੰ ਸੁਤੰਤਰ ਨਹੀਂ। ਔਰ ਇਹ ਮਜਬੂਰੀ ਜ਼ਿੰਦਗੀ ਦੀ ਹਰ ਥਾਂ ਤੇ ਪ੍ਰਗਟ ਹੁੰਦੀ ਹੈ। ਕਿਧਰੇ ਸਮਾਜ ਦੇ ਤਲ ਤੇ, ਕਿਧਰੇ ਅਰਥ ਵਿਵਸਥਾ ਦੇ ਤਲ ਤੇ, ਕਿਧਰੇ ਰਾਜਨੀਤਿਕ ਤਲ ਤੇ ਬੰਦਾ ਕਹਿ ਦਿੰਦਾ ਹੈ ਮੈਂ ਮਜਬੂਰ ਹਾਂ। किधरे रोग दे तल ते, किधरे सोग दे तल ते मनुख कह देंदा है मैं मजबूर हाँ, मेरा वस नहीं चलता। और यही गल एक कैदी कह देंदा है मैं मजबूर हाँ, पिंजरे च डके होया। मजबूरियां अलग अलग हो सकदियां ने, ये जेलां वख वख हो सकदियां ने, लेकिन हैन सारे कैदी। मजबूरियां वख वख हो सकदियां ने पर मजबूर सारे ही ने। पर जिहड़ा एक दफा परमात्मा दी कैद दे चला जांदा है, परमात्मा दे पिंजरे दी कैद दे चला जांदा है, उहदी याद, उहदे सिमरन, उहदे भरोसे, उहदे सिदक ते उसदी होंद दी कैद दे जद अपने आप नूं कोई लीन कर लैंदा है ते महान सुतंत्रता दा फल उसदी झोली दे च पैंदा है। इंज कह लो जो जप तप दे नियम दे च, जो महापुरुषां दे बनाए होए नियम दे च अपने आप नूं गिरफ्त कर लैंदा है, सच्ची सुतंत्रता दा आनंद ओही माणदा है, पूर्ण तौर ते मोक्ष दा आनंद ओही माणदा है। साहिब कहते ने फल दे फुल दे ते नास्तिक भी ने, दुष्ट लोग भी फलीभूत होंदे ने। सिर्फ ऐसा ही नहीं है कि शरीफ बंदे, सियाणे बंदे, दानी बंदे, गुणवान बंदे फलीभूत होंदे ने, नहीं, नास्तिक भी फलीभूत होंदे ने। ऐसा नहीं कि अंब दा दरख्त ही फलीभूत होंदा है, अक दे दरख्त भी फलीभूत होंदे ने। सिर्फ ऐसा नहीं कि अंगूरां दी शाखां नूं ही, बेलां नूं ही अंगूर लगदे ने, फल लगदे ने, बल्कि कंडियाली झाड़ियां नूं भी फल लगदे ने। सिर्फ ऐसा ही नहीं कि अमरूद नूं ही फल लगदे ने, निम नूं भी फल लगदे ने। पर फर्क सिर्फ इतना है, एक नूं मिठे फल लगदे ने, एक नूं कौड़े फल लगदे ने। एक दे फल अमृत रस नाल भरे होए ने, एक दे फल जहर दे नाल भरे होए ने। लिहाजा भगत भी फलीभूत होंदे ने, नास्तिक भी फलीभूत होंदे ने। गुरु नूं भुला के, गुरु तो दूर रह के ਜਿਹੜੇ ਫਲੀਭੂਤ ਹੁੰਦੇ ਨੇ, ਸਾਹਿਬ ਕਹਿੰਦੇ ਨੇ ਉਹਨਾਂ ਦਾ ਫਲੀਭੂਤ ਹੋਣਾ ਇੰਜ ਹੈ, ਫਲੀਏ ਫੁੱਲੀਏ ਬਪੁੜੇ ਵੀ ਤਨ ਵਿੱਚ ਸੁਆਵ। ਉਹ ਫਲਦੇ ਨੇ, ਫੁੱਲਦੇ ਨੇ, ਲੇਕਿਨ ਅੰਦਰ ਉਹਨਾਂ ਦੇ ਸੁਆਹ ਹੁੰਦੀ ਏ, ਗਿਰੀ ਨਹੀਂ ਹੁੰਦੀ, ਰਸ ਨਹੀਂ ਹੁੰਦਾ, ਫਲ ਨਹੀਂ ਹੁੰਦਾ। ਜਿਵੇਂ ਉਹ ਛੁੱਟੜ ਤਿਲ, ਬੁਆੜ ਤਿਲ, ਉਹਨੂੰ ਖੋਲੀਏ ਤੇ ਅੰਦਰ ਤਿਲ ਨਹੀਂ ਹੈ, ਅੰਦਰ ਗਿਰੀ ਨਹੀਂ ਹੈ, ਰਾਖ ਹੈ, ਉਹ ਅੰਦਰੋਂ ਜਲਿਆ ਹੋਇਆ ਹੈ। ਇਸੇ ਤਰੀਕੇ ਨਾਲ ਸੀ ਫਲੀਭੂਤ ਆਉਂਦਾ ਤੇ ਦੇਖਦੇ ਆ ਕਈਆਂ ਨੂੰ ਬੜੇ ਸੁੰਦਰ ਵਸਤਰ ਪਹਿਨੇ ਹੋਏ ਨੇ, ਔਲਾਦ ਹੈ, ਧਨ ਹੈ, ਸੰਪਦਾ ਹੈ, ਜਸ ਹੈ, ਮਾਣ ਮਰਿਆਦਾ ਹੈ, ਪਰ ਥੋੜਾ ਜਿਹਾ ਸੀਨਾ ਚੀਰ ਕੇ ਵੇਖੀਏ ਅੰਦਰੋਂ ਜਲਿਆ ਹੋਇਆ, ਅੰਦਰੋਂ ਸੜਿਆ ਹੋਇਆ ਹੈ। ਔਰ ਇਤਨਾ ਜਲਿਆ ਹੈ, ਇਤਨਾ ਸੜਿਆ ਹੈ ਕਿ ਬੇਚੈਨੀ ਬਾਹਰ ਆ ਕੇ ਪੈਂਦੀ ਪਈ ਹੈ, ਸੇਕ ਬਾਹਰ ਆ ਕੇ ਜੋ ਹੈ ਨਿਕਲਦੇ ਪਏ ਨੇ, ਪ੍ਰਗਟ ਹੋ ਰਹੇ ਨੇ। तो प्रथम ये जिहड़े श्लोक आशा दीवार दीआं इन्हां महान पौड़ियां नाल जो जुड़े हुए ने, इहदे च गुरु दी महिमा, गुरु दी उपमा है। और गुरु नूं महान ज्योति आखिया गया है। गुरु महान सूरज है, गुरु महान चंद्रमा है, जिहदी रोशनी दे च अपने आप दा पता चलदा है, अपनी होंद दा पता चलदा है, अपनी कालख दा पता चलदा है ते अपनी कालख नूं दूर करन दी समर्था प्रदान हुंदी है गुरु ज्योति करके, गुरु बख्शिश करके, गुरु रहमत करके। गुरु नानक दे घर नूं ही गुरु घर आखिया जांदा है। वख-वख जिहड़ियां जगत दे संप्रदावां प्रगट होईयां, उन्हां दे च गुरु नानक ने जिस संप्रदा नूं जन्म दिता उस नूं ते आखिया ही जांदा है गुरु घर। ते गुरु घर दे जो आ गया वो शिष्य हो जांदा है, वो सिख हो जांदा है। ते जिहड़ा गुरु दी विचार नूं अपनी झोली च पा लैंदा है वो फिर इस ढंग नाल फलीभूत होंदा है कि फल भी मिठे,
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹਨਾਂ ਸ਼ਲੋਕਾਂ ਦੇ ਵਿੱਚ ਗੁਰੂ ਦੀ ਉਪਮਾ ਕੀਤੀ ਹੈ। ਪੌੜੀ ਦੇ ਵਿੱਚ ਜੋ ਵਿਚਾਰ ਹੈ ਉਹ ਅਗਾਂਹ ਇਸ ਪ੍ਰਕਾਰ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।